हाँ जी, साਰਿਆਂ ਨੂੰ ਸਤਿ ਸ੍ਰੀ ਅਕਾਲ जी। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ। हाँ जी, ਅਸੀਂ ਹਰਿਆਣਾ ਟੈਟ ਪੰਜਾਬੀ ਦੀ ਤਿਆਰੀ ਕਰਵਾ ਰਹੇ ਹਾਂ, ਜਿਸ ਦੇ ਵਿੱਚ ਸਾਡੇ ਕੋਲ ਸਿਲੇਬਸ ਆ। ਉਹਦੇ ਵਿੱਚ ਸਾਨੂੰ 60 ਪ੍ਰਸ਼ਨ ਆਉਣੇ ਨੇ, ਜੋ ਕਿ ਹਰਿਆਣੇ ਦੀਆਂ ਕਿਤਾਬਾਂ ਦੇ ਵਿੱਚ ਆਉਣੇ ਨੇ। ਜੇ ਤੁਸੀਂ ਲੈਵਲ 2 ਦੀ ਤਿਆਰੀ ਕਰਦੇ ਹੋ ਤਾਂ ਤੁਹਾਨੂੰ ਹਰਿਆਣਾ ਬੋਰਡ ਦੇ ਵਿੱਚ ਜਿੰਨੀਆਂ ਵੀ ਕਿਤਾਬਾਂ ਲੱਗੀਆਂ ਹੋਈਆਂ ਨੇ 6ਵੀਂ ਤੋਂ ਲੈ ਕੇ 10ਵੀਂ ਤੱਕ, ਉਹ ਤੁਹਾਨੂੰ ਪੜ੍ਹਨੀਆਂ ਪੈਣਗੀਆਂ। ਜੇ ਤੁਸੀਂ ਲੈਵਲ 3 ਦੀ ਤਿਆਰੀ ਵੀ ਕਰ ਰਹੇ ਹੋ ਤਾਂ ਤੁਹਾਨੂੰ 11ਵੀਂ 12ਵੀਂ ਦੀਆਂ ਕਿਤਾਬਾਂ ਦੇ ਨਾਲ 6ਵੀਂ ਤੋਂ ਲੈ ਕੇ 10ਵੀਂ ਤੱਕ ਦੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਤੁਸੀਂ ਸਾਰੇ ਜਾਣਦੇ ਹੋ ਕਿ ਹਰਿਆਣਾ ਟੈਟ ਦੇ ਵਿੱਚ 60 ਪ੍ਰਸ਼ਨ ਨੇ, ਉਹ ਹਰਿਆਣਾ ਬੋਰਡ ਦੀਆਂ ਕਿਤਾਬਾਂ ਦੇ ਵਿੱਚੋਂ ਹੀ ਆਉਣੇ ਨੇ, ਜੋ ਸਿਲੇਬਸ ਦੇ ਵਿੱਚ ਲੱਗਿਆ ਹੋਇਆ। ਅਤੇ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਪੜ੍ਹੋ ਅਤੇ ਇਕੱਲੇ ਚਾਹੇ ਉਹ ਨਿਬੰਧ ਆ, ਚਾਹੇ ਜੀਵਨੀ ਆ, ਚਾਹੇ ਇਕਾਂਗੀ ਆ, ਚਾਹੇ ਨਾਟਕ ਆ, ਚਾਹੇ ਕਹਾਣੀ ਆ, ਠੀਕ ਆ ਜੀ। ਅਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿੰਨੀਆਂ ਵੀ ਕਿਤਾਬਾਂ ਨੇ ਉਹਨਾਂ ਨੂੰ ਰਿਕਾਰਡ ਕੀਤਾ ਜਾਵੇ, ਅਤੇ ਉਸ ਲੜੀ ਤਹਿਤ ਅਸੀਂ ਕੰਮ ਕਰ ਰਹੇ ਹਾਂ। ਅਤੇ ਅੱਜ ਅਸੀਂ ਸਾਹਿਤਕ ਰੰਗ ਦੂਜਾ 10ਵੀਂ ਜਮਾਤ ਦੇ ਵਿੱਚ ਕਿਤਾਬ ਲੱਗੀ ਹੋਈ ਆ, ਉਹਦਾ ਅਸੀਂ ਅੱਜ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ। ਉਹ ਹੈ ਜੀਵਨੀ ਦੀ। ਜੀਵਨੀ ਦਾ ਨਾਮ ਆ ਅਣਥੱਕ ਵਿਗਿਆਨੀ ਡਾਕਟਰ ਅਬਦੁਲ ਕਲਾਮ। ਤੁਸੀਂ ਸਾਰੇ ਜਾਣਦੇ ਹੋ ਡਾਕਟਰ ਅਬਦੁਲ ਕਲਾਮ ਬਾਰੇ, ਅਤੇ ਇਹ ਜੀਵਨੀ ਸਾਨੂੰ ਸਿਲੇਬਸ ਦੇ ਵਿੱਚ ਲੱਗੀ ਹੋਈ ਆ। ਅਤੇ ਅੱਜ ਅਸੀਂ ਇਹਨੂੰ ਪੜ੍ਹਾਂਗੇ ਅਤੇ ਇਹਦੇ ਵਿੱਚ ਜਿੰਨੇ ਵੀ ਕੀ ਪੁਆਇੰਟ ਨੇ ਉਹ ਤੁਸੀਂ ਨੋਟ ਕਰਦੇ ਜਾਇਓ, ਅਤੇ ਉਹਨਾਂ ਦੇ ਵਿੱਚੋਂ ਹੀ ਤੁਹਾਨੂੰ ਪ੍ਰਸ਼ਨ ਪੁੱਛਿਆ ਜਾ ਸਕਦਾ। ਅਤੇ ਇਹ ਜਿਹੜੀ ਜੀਵਨੀ ਆ ਡਾਕਟਰ ਪ੍ਰਿਥਵੀ ਰਾਜ ਥਾਪਰ ਦੁਆਰਾ ਲਿਖੀ ਗਈ ਆ। ਤੁਹਾਨੂੰ ਕਈ ਵਾਰ ਸਵਾਲ ਆ ਸਕਦਾ ਕਿ ਇਹ ਜੀਵਨੀ ਦਾ ਜੀਵਨੀਕਾਰ ਕੌਣ ਆ, ਤਾਂ ਤੁਸੀਂ ਯਾਦ ਰੱਖਣਾ ਡਾਕਟਰ ਪ੍ਰਿਥਵੀ ਰਾਜ ਥਾਪਰ। ਅਤੇ ਇਹਦੀ ਵਿਧਾ ਜੀਵਨੀਆਂ ਤੁਸੀਂ ਸਾਰੇ ਜਾਣਦੇ ਹੋ, ਨਾਮ ਹੈ ਅਣਥੱਕ ਵਿਗਿਆਨੀ ਡਾਕਟਰ ਅਬਦੁਲ ਕਲਾਮ ਬਾਰੇ ਆ, ਠੀਕ ਹੈ ਜੀ। ਚਲੋ ਮੈਂ ਪੜ੍ਹਨਾ ਸ਼ੁਰੂ ਕਰਦਾ, ਤੁਸੀਂ ਧਿਆਨ ਨਾਲ ਸੁਣੋ, ਅਤੇ ਜਿਹੜੇ ਵੀ ਕੀ ਪੁਆਇੰਟ ਆਉਂਦੇ ਨੇ ਤੁਸੀਂ ਨੋਟ ਕਰਦੇ ਜਾਇਓ, ਅਤੇ ਮੈਂ ਨਾਲ ਤੁਹਾਨੂੰ ਦੱਸਦਾ ਵੀ ਜਾਊਂਗਾ। ਅਤੇ ਅਖੀਰ ਦੇ ਵਿੱਚ ਆਪਾਂ ਅਭਿਆਸ ਕਰਾਂਗੇ, ਅਸੀਂ ਵੇਖਦੇ ਹਾਂ ਸਾਨੂੰ ਕਿੰਨਾ ਕੁ ਯਾਦ ਆ, ਅਤੇ ਤੁਸੀਂ ਨੋਟ ਕਰਦੇ ਜਾਣਾ। ਹਾਂਜੀ, ਸ਼ੁਰੂ ਕਰਦੇ ਹਾਂ। ਅਣਥੱਕ ਵਿਗਿਆਨੀ ਡਾਕਟਰ ਅਬਦੁਲ ਕਲਾਮ। ਮੇਰੇ ਮਰਨ ਉਪਰੰਤ ਛੁੱਟੀ ਦਾ ਐਲਾਨ ਨਾ ਕਰਨਾ। ਜੇਕਰ ਤੁਸੀਂ ਮੈਨੂੰ ਸੱਚਮੁੱਚ ਪਿਆਰ ਕਰਦੇ ਹੋ ਤਾਂ ਉਸ ਦਿਨ ਵੱਧ ਤੋਂ ਵੱਧ ਕੰਮ ਕਰਨਾ। ਇਹ ਲਾਈਨ ਬੜੀ ਇੰਪੋਰਟੈਂਟ ਆ। ਤੁਹਾਨੂੰ ਪੇਪਰ ਦੇ ਵਿੱਚ ਨਾ ਲਾਈਨਾਂ ਜਾਂ ਪੰਕਤੀਆਂ ਵੀ ਪੁੱਛੀਆਂ ਜਾ ਸਕਦੀਆਂ ਨੇ, ਜੇ ਕਿਸ ਦੀਆਂ ਲਾਈਨਾਂ ਨੇ, ਠੀਕ ਹੈ। ਤੁਹਾਨੂੰ ਯਾਦ ਰਹੇ ਕਿ ਇਹ ਅਬਦੁਲ ਕਲਾਮ ਨੇ ਕਹੀਆਂ ਸੀ, ਤੁਸੀਂ ਨੋਟ ਕਰ ਲਓ। ਇਹ ਸ਼ਬਦ ਕਹੇ ਸਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਵਿਗਿਆਨੀ ਸਵਰਗੀ ਡਾਕਟਰ APJ ਅਬਦੁਲ ਕਲਾਮ ਨੇ। ਡਾਕਟਰ ਕਲਾਮ ਦਾ ਜਨਮ ਭਾਰਤ ਦੇ ਤਾਮਿਲਨਾਡੂ ਸੂਬੇ ਦੇ ਰਮੇਸ਼ਵਰਮ ਜ਼ਿਲ੍ਹਾ ਧਨੁਸ਼ਕੋਡੀ ਵਿਖੇ ਇੱਕ ਮੁਸਲਿਮ ਪਰਿਵਾਰ ਦੇ ਵਿੱਚ ਹੋਇਆ। ਯਾਦ ਰੱਖਣਾ ਕਿੱਥੇ ਜਨਮ ਹੋਇਆ ਉਹਦਾ, ਤਾਮਿਲਨਾਡੂ ਦੇ ਵਿੱਚ, ਠੀਕ ਆ ਜੀ। ਆਪ ਦੇ ਪਿਤਾ ਦਾ ਨਾਂ ਜੈਨੂ ਲਾਬੂਦੀਨ ਅਤੇ ਮਾਤਾ ਦਾ ਨਾਂ ਆਸ਼ਿਆਮਾ ਸੀ। ਇਹ ਇੱਕ ਸਧਾਰਨ ਪਰਿਵਾਰ ਸੀ। ਕਲਾਮ ਘਰ ਵਿੱਚ ਆਪਣੇ 4 ਭਰਾਵਾਂ ਅਤੇ ਇੱਕ ਭੈਣ ਤੋਂ ਛੋਟੇ ਸਨ। ਕਲਾਮ ਦੇ ਪੁਰਖਿਆਂ ਦਾ ਕਿਸ਼ਤੀਆਂ ਦਾ ਚੰਗਾ ਚੋਖਾ ਵਪਾਰ ਸੀ, ਪਰ ਕਾਰੋਬਾਰ ਵਿੱਚ ਘਾਟਾ ਪੈਣ ਕਾਰਨ ਉਹ ਕਾਫੀ ਗਰੀਬ ਹੋ ਗਏ। ਇਸ ਲਈ ਅਬਦੁਲ ਕਲਾਮ ਨੂੰ ਅਖਬਾਰ ਵੇਚ ਕੇ ਘਰ ਵਾਲਿਆਂ ਦੀ ਸਹਾਇਤਾ ਕਰਨੀ ਪਈ। ਸਕੂਲ ਪੜ੍ਹਾਈ ਦੌਰਾਨ ਕਲਾਮ ਇੱਕ ਸਧਾਰਨ ਵਿਦਿਆਰਥੀ ਸਨ, ਪਰ ਉਹ ਮਿਹਨਤੀ ਸਨ ਅਤੇ ਕੁਝ ਨਵਾਂ ਸਿੱਖਣ ਦੀ ਇੱਛਾ ਰੱਖਦੇ ਸਨ। ਉਹਨਾਂ ਦੀ ਅੰਕ ਗਿਣਤ ਦੇ ਵਿੱਚ ਵਿਸ਼ੇਸ਼ ਰੁਚੀ ਸੀ। ਉਹਨਾਂ ਦੀ ਕਿਹਦੇ ਵਿੱਚ, ਅੰਕ ਗਿਣਤ ਦੇ ਵਿਸ਼ੇ ਵਿੱਚ ਵਿਸ਼ੇਸ਼ ਰੁਚੀ ਸੀ। ਰਾਮਾਨਾਥਪੁਰਮ ਤੋਂ 10ਵੀਂ ਪਾਸ ਕਰਕੇ ਡਾਕਟਰ ਕਲਾਮ ਨੇ ਤਿਰਚੁਰਾਪੱਲੀ ਵਿਖੇ ਸੈਂਟ ਜੋਸਫ ਕਾਲਜ ਤੋਂ ਭੌਤਿਕ ਵਿਗਿਆਨ, ਜਿਹਨੂੰ ਅਸੀਂ ਫਿਜ਼ਿਕਸ ਕਹਿੰਦੇ ਹਾਂ, ਵਿੱਚ BA ਪਾਸ ਕੀਤੀ। ਵਿਗਿਆਨੀ ਵਜੋਂ ਡਾਕਟਰ ਕਲਾਮ ਦਾ ਜੀਵਨ ਸੰਘਰਸ਼ ਭਰਪੂਰ ਰਿਹਾ। ਸੰਨ 1955 ਈਸਵੀ ਵਿੱਚ ਆਪ ਪੁਲਾੜ ਵਿੱਦਿਆ ਲਈ ਮਦਰਾਸ ਇੰਸਟੀਚਿਊਟ ਆਫ ਤਕਨਾਲੋਜੀ ਵਿੱਚ ਦਾਖਲ ਹੋ ਗਏ। ਉਹ ਭਾਰਤੀ ਹਵਾਈ ਫੌਜ ਦੇ ਜੰਗੀ ਜਹਾਜ਼ ਦਾ ਪਾਇਲਟ ਬਣਨ ਵਾਲੇ ਸੁਪਨੇ ਤੋਂ ਖੁੰਝ ਗਏ ਸਨ। 1960 ਈਸਵੀ ਵਿੱਚ
डॉक्टर कलाम बतौर विग्यानी रखिया खोज ते विकास संस्था जिन्हों DRDO कहने आप शॉर्ट फॉर्म च शामिल हो गए। याद रखना 1960 के बतौर विग्यानी DRDO बतौर विग्यानी रखिया खोज ते विकास संस्था। ठीक है जी, ये सवाल तो आ सकता भी शामिल हो गए। उन्होंने एक छोटे होवरक्राफ्ट जिहड़ा पानी या जमीन के नेड़े उड़ सकण वाला जहाज़ का निर्माण करके अपने पेशेवर जीवन की शुरुआत की। याद रखना उसका नाम सी होवरक्राफ्ट। पर वो अपनी नौकरी की इस चोण तो संतुष्ट नहीं सन। फिर वो भारतीय पुलाड़ खोज संस्था इसरो चले गए। ठीक है, याद रखना इसरो दे चले गए। उस तो बाद भारतीय पुलाड़ खोज संस्था उत्थे वो पहली भारतीय लॉन्च व्हीकल SLV 11 के प्रोजैक्ट डायरैक्टर नियुक्त हुए। ये भी की पॉइंट है, ये भी याद रखना। ठीक है जी, 1982 डॉक्टर साहिब बतौर डायरैक्टर DRDO वापस आ गए। उत्थे दोबारा फिर वो वापस आ गए। इत्थे उन्होंने संगठित निर्देशित मिसाइल विकास प्रोग्राम की शुरुआत की। 1992 वो भारतीय रखिया मंत्री के सीनियर विज्ञानिक सलाहकार बने। ठीक है, ये याद रखनी पॉइंट है। इस अहुदे की उन्होंने परमाणु परखां के विकास की मुहिम लई वरतों की। मई 1998 दियां पोखरण 2 परखां जिन्हां विच 5 परमाणु यंत्रां का विस्फोट किया गया सी विच डॉक्टर कलाम की मुख्य भूमिका सी। इन्हां परखां की दुनिया दियां होरनां ताकतां ने नुकताचीनी करदियां पाबंदियां लगा दित्तियां सन। इस दे बावजूद देश की रखिया के खेत्र विच कलाम एक राष्ट्रीय हीरो के रूप में उभर के सामने आई। विज्ञान के खेत्र में मारिया मल्लां कारण कलाम साहब नूं खूब प्रसिद्धि मिली। सरकारी दरबारे उन्हां दा मान सन्मान वधिया। सन 2002 राष्ट्रीय सत्ताधारी लोक राजी गठजोड़ NDA। ठीक है जी, NDA याद रखना 2002 जी UPA सॉरी एक UPA होंदा एक NDA होंदा। तो NDA जिन्हों असी BJP जिन्हां खेतरी पार्टियां नाल गठबंधन करती है। ठीक है जी, उन्होंने असी NDA कहते हैं। दी मदद नाल 2002 ये बड़ा इंपॉर्टेंट है। ठीक है, 2002 दे विच राष्ट्रीय सत्ताधारी लोक राजी गठजोड़ NDA की मदद नाल डॉक्टर APJ अब्दुल कलाम भारत के 11वें राष्ट्रपति बने। तो कई थोड़े 12 भी लिखा वा, 12वें भी आ। ठीक है, तुसीं क्लीयर कर लियो। जे आपां किताब के अनुसार चलीए तो 11वें ने, पर एक किताब के जो हरियाणा बोर्ड के लगी हुई है उत्थे 12वें लिखे आते हैं। तो नैट पर भी 12वें ने, इस करके इस गल का ख्याल रखियो। इस अहुदे उपर भी उन्होंने चंगा नामना खटिया। वो बहुत ही मिलनसार सन। उन्होंने अपने राष्ट्रीय काल की 5 साला मियाद दौरान 5 लाख नौजवानों नाल व्यक्तिगत तौर पर मीटिंगां करन दा टीचा मिथ्या। ये 5 लाख नौजवानों नाल उन्होंने पीपल्ज प्रेजिडेंट करार दिता। ठीक है जी, थोड़ा सवाल आ सकता है पीपल्ज प्रेजिडेंट क्यों कहा जाता सी। ठीक है जी, तो तुहानूं याद होना चाहिए कि उन्होंने 5 लाख नौजवानों नाल व्यक्तिगत तौर पर मीटिंगां करन दा टीचा रखा सी। चलो जी अगे चलते हैं। राष्ट्रपति के अहुदे तो सेवा मुक्त होने मगरों डॉक्टर कलाम ने कई विद्यक संस्थावां विच बतौर विजिटिंग प्रोफैसर पढ़ाउणा शुरू किया। वो समस्यावां दे सुझाव नहीं बल्कि उन्होंने हल दिंदे सन। देश लई वो हमेशा फिक्रमंद रहिंदे सन। मई 2012 विच डॉक्टर साहब ने भ्रिष्टाचार खत्म करने के मकसद नाल भारत के नौजवानों लई वट कैन आई गिव मूवमेंट की शुरुआत की। ये बड़ी मशहूर आ। ठीक है जी, सोनू सवाल आ सकता कि वट कैन आई गिव मूवमेंट की शुरुआत किसने की? तो डॉक्टर अब्दुल कलाम ने की। किस लई की? तो भ्रिष्टाचार के खात्मे लई की। ठीक है जी, उसका मनना सी कि जेकर किसी देश नूं भ्रिष्टाचार रहत ते सुंदर मन वाले लोगों का देश बनाना है तो समाज के 3 प्रमुख मेंबर पिता माता अते गुरु ये काम कर सकते हैं। ठीक है, ये याद रखना। ये 3 मेंबर ने जोड़े
समाज में वधिया बना सकते हैं पिता माता अते गुरु। अपनी किताब इंडिया 2000 विच डॉक्टर कलाम ने भारत नूं नॉलेज सुपर पावर बनाउण वाली कार्य योजना की वकालत की सी। ठीक है, किताब का नाम रखना इंडिया 2000। उन्होंने भारत के परमाणु हथियारों के प्रोग्राम नूं भारत की हावी महाशक्ति लई एक राह करार दिता। इस खातर उन्होंने 5 खेतरां की पहचान की। ये सन खेतीबाड़ी ते खुराकी वस्तां, सिक्ख्या ते सेहत, सूचना ते संचार तकनॉलोजी, देश के हर हिस्से लई भरोसेयोग ते म्यारी बिजली ऊर्जा, सड़की आवाजाई का बुनियादी ढांचा अते अहम तकनॉलोजियां विच स्वै निर्भरता। डॉक्टर कलाम ने कहा कि ये सारे खेतर एक दूजे नाल संबंधित हैं। जेकर ये सारे इकट्ठे अगे बढ़नगे तो इस नाल देश खुराक, आर्थिकता अते राष्ट्रीय सुरक्षा के खेत्र विच अगे बढ़ेगा। डॉक्टर कलाम का मनना सी कि सॉफ्टवेयरां की वड्डी पद्धर उपर वरतों नाल ਵੱਧ ਤੋਂ ਵੱਧ लोगों तक सूचना तकनॉलोजी के फायदे पहुँचणगे। स्वैमान हासिल करने बारे उन्होंने कहा सी कि असी ये नहीं जानते कि आत्म सन्मान आत्म निर्भरता के नाल होता है। ठीक है जी, आत्म सन्मान किहदे नाल आउंदा? आत्म निर्भरता के नाल आउंदा है। अब्दुल कलाम त्याग की मूर्ति सन। उन्होंने विआह ना करवा के अपनी सारी जिंदगी देश के लेखे लाती सी। वो सादगी पसंद इंसान सन। वो बड़े तड़के भाव रात को 2 बजे सौ के सवेरे 6-7 बजे उठण के आदि सन। उन्होंने सादा रहनी बहनी सी सादी। उन्होंने कदे भी टीवी नहीं रखा। मौत समय उन्होंने कुछ मनपसंद निजी चीज़ां वस्तां प्राप्त हुई। उन्होंने शामिल सन कुछ किताबां, कपड़े लत्ते, वीणा, CD प्लेयर ते लैपटॉप। सन 2011 विच बनी फिल्म आई एम कलाम। ठीक है, याद रखियो। ठीक है जी, फिल्म बनी सी विच उन्होंने गरीबां दा मसीहा दर्शाया गया। छोटू नां दे एक राजस्थानी बच्चे ने अपने इष्ट दे सन्मान अपना नां कलाम रखा। ठीक है, ये नां रखना याद रखियो कि किहड़ा बच्चा सी, कित्थों दा सी, राजस्थान दा सी। उन्हें सन्मान वजों अपना नां कलाम रखा। धर्म निरपक्षता सारी उम्र डॉक्टर कलाम लई बहुत महत्वपूर्ण मुद्दा रही। उन्होंने ये भावना उन्होंने वालों प्रमुख स्वामी जी नाल अध्यात्मक अनुभव बारे लिखी एक किताब विचों प्रगट होती है। रोजाना नमाज ते रमजान के रोजे डॉक्टर कलाम के धार्मिक विश्वासां विच शामिल सन। उन्होंने पिता ने अपने बच्चों विच धार्मिक संस्कार कुट के भरे हुए सन। वो नौजवान कलाम के अंतर धार्म विश्वास अते प्रवचन वाले गुण तो बहुत प्रभावित सन। देश के धार्मिक समाजिक ते सियासी नेतावां विचकार गलबात ते प्रवचन की गुरती उन्होंने घर विचों ही प्राप्त हुई सी। उन्हों का मनना सी कि महान लोगों लई धर्म दोस्त बनाने का एक माध्यम है। ठीक है, ये लाइन याद रखनी है, कौन अब्दुल कलाम ने कही है। जबकि छोटी सोच वाले लोगों लिए यह लड़न का साधन है। ठीक है, धर्म की आ दोस्त बनाने का एक माध्यम भी आ ते जिहड़े छोटी सोच वाले लोग ने उन्होंने लिए लड़न का साधन भी आ। उन्होंने ये गल जोर नाल उठाई कि किसी भी धर्म विच अपने धर्म नूं बरकरार रखण जां उसनूं अगे वधाउण लई दूजिआं नूं मारना नहीं दस्सिया गया। इस्लाम अते कुरान शरीफ विच आस्था दे नाल कलाम हिंदू रवायतां तो भी वाकफ सन। उन्होंने संस्कृत भाषा सीख के भगवत गीता पढ़ी। वो शाकाहारी सन। उन्होंने स्वामी नारायण संप्रदा के गुरु प्रमुख स्वामी जी नूं अपना आखिरी धार्मिक गुरु मन्निया। ठीक है जी, स्वामी नारायण संप्रदा के गुरु प्रमुख स्वामी नूं अपना आखिरी धार्मिक गुरु मन्निया। राष्ट्रपति बनने उपरंत पार्लीमेंट विच दिते अपने मुढ़ले भाषणों विच डॉक्टर कलाम ने कहा सी कि वो वधेरे एकमुठ भारत लई कोशिशां करनियां चाहुंदे हन। विकास बारे डॉक्टर कलाम की सोच बहुत स्पष्ट सी। दहशतवाद, अंदरूनी विवाद ते बेरोजगारी नूं वो मुख्य चुनौतियां मनदे सन। उन्होंने गरीबां नूं सेहतमंद बनाउण अते पढ़ाउण की वकालत की। उन्हां दा मनना सी कि
ਰੋਗ ਮੁਕਤੀ, ਉਤਪਾਦਨ ਤੇ ਸੁਰੱਖਿਆ ਦੇਸ਼ ਨੂੰ ਅੱਗੇ ਲਿਜਾਣ ਵਿੱਚ ਸਹਾਈ ਹੋ ਸਕਦੇ ਹਨ। ਅਸਾਰੂ ਅਰਥ ਵਿਵਸਥਾ ਤੇ ਪ੍ਰਬੰਧਕੀ ਸਮਰੱਥਾ ਨਾਲ ਦੁਨੀਆ ਵਿੱਚ ਆਪਣਾ ਵਕਾਰ ਬਣਾਇਆ ਜਾ ਸਕਦਾ ਹੈ। ਲੋਕ ਰਾਜੀ ਪ੍ਰਣਾਲੀ ਵਿੱਚ ਸੰਵਿਧਾਨ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਔਰਤਾਂ ਸਮੇਤ ਸਭ ਨੂੰ ਅਧਿਕਾਰਾਂ ਦਾ ਗਿਆਨ ਹੋਣਾ ਚਾਹੀਦਾ ਹੈ। ਡਾਕਟਰ ਕਲਾਮ ਨੇ ਸਰਬ ਧਰਮ ਵਾਲੀ ਸੋਚ ਨੂੰ ਦੇਸ਼ ਦੀ ਤਾਕਤ ਕਰਾਰ ਦਿੱਤਾ। ਆਪਣੀ ਸਖਤ ਮਿਹਨਤ ਰਾਹੀਂ ਡਾਕਟਰ ਕਲਾਮ ਨੇ ਨੇਕ ਵਿਚਾਰਾਂ ਦਾ ਨਿਰਮਾਣ ਕੀਤਾ। ਉਹ ਕਿਹਾ ਕਰਦੇ ਸਨ, ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਨੀਂਦ ਵਿੱਚ ਵੇਖਦੇ ਹੋ, ਬਲਕਿ ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ। ਇਹ ਸਤਰਾਂ ਅਬਦੁਲ ਕਲਾਮ ਦੀਆਂ ਨੇ। ਤੁਸੀਂ ਹਰੇਕ ਸਕੂਲ ਦੇ ਵਿੱਚ ਇਹ ਲਿਖੀਆਂ ਹੋਈਆਂ ਪੜ੍ਹੀਆਂ ਹੋਣਗੀਆਂ। ਠੀਕ ਹੈ ਜੀ, ਇਹ ਬਹੁਤ ਮਸ਼ਹੂਰ ਲਾਈਨਾਂ ਨੇ ਅਬਦੁਲ ਕਲਾਮ ਦੀਆਂ। ਠੀਕ ਹੈ, ਯਾਦ ਰੱਖਣੀਆਂ ਨੇ। 27 ਜੁਲਾਈ 2015 ਨੂੰ ਡਾਕਟਰ ਕਲਾਮ 83 ਵਰ੍ਹਿਆਂ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਠੀਕ ਹੈ ਜੀ, 83 ਵਰ੍ਹਿਆਂ ਦੀ 27 ਜੁਲਾਈ 2015 ਨੂੰ ਉਹ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਭਾਸ਼ਣ ਦੇ ਰਹੇ ਸਨ ਅਤੇ ਉਹਨਾਂ ਦਾ ਦਿਲ ਦੇ ਦੌਰੇ ਨਾਲ ਦੇਹਾਂਤ ਹੋ ਗਿਆ। 30 ਜੁਲਾਈ 2015 ਨੂੰ ਉਹਨਾਂ ਦੇ ਆਪਣੇ ਸੂਬੇ ਵਿੱਚ ਪੂਰੀ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਤਾਮਿਲਨਾਡੂ ਸਰਕਾਰ ਨੇ ਵਿਗਿਆਨੀਆਂ ਅਤੇ ਮਾਨਵੀ ਵਿਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਲਈ ਡਾਕਟਰ APJ ਅਬਦੁਲ ਕਲਾਮ ਅਵਾਰਡ ਨਾਂ ਦਾ ਇੱਕ ਨਿਯਮ ਵੀ ਸ਼ੁਰੂ ਕੀਤਾ। ਉਹਨਾਂ ਦੇ ਜਨਮ ਦਿਨ 15 ਅਕਤੂਬਰ ਨੂੰ ਨੌਜਵਾਨ ਪੁਨਰ ਜਾਗਰਣ ਦਿਵਸ ਵਜੋਂ ਐਲਾਨਿਆ ਗਿਆ। ਪ੍ਰਸ਼ਨ ਵੀ ਆਇਆ ਸੀ ਕਿ ਜਦੋਂ ਉਹਨਾਂ ਦਾ ਜਨਮ ਦਿਨ ਸੀ 15 ਅਕਤੂਬਰ ਨੂੰ ਨੌਜਵਾਨ ਪੁਨਰ ਜਾਗਰਣ ਦਿਵਸ ਵਜੋਂ ਐਲਾਨਿਆ ਗਿਆ। ਇਹ ਯਾਦ ਰੱਖਿਓ। ਡਾਕਟਰ ਅਬਦੁਲ ਕਲਾਮ ਨੂੰ 40 ਯੂਨੀਵਰਸਿਟੀਆਂ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਨਵਾਜਿਆ। ਸਰਕਾਰੀ ਰੱਖਿਆ ਤਕਨਾਲੋਜੀ ਦੇ ਨਵੀਨੀਕਰਨ ਲਈ ਉਹਨਾਂ ਨੂੰ ਭਾਰਤ ਦੇ ਸਰਬ ਉੱਚ ਸਿਵਲ ਇਨਾਮਾਂ ਪਦਮ ਵਿਭੂਸ਼ਣ ਤੇ ਭਾਰਤ ਰਤਨ, ਇਹ 3 ਬਹੁਤ ਵੱਡੇ ਪੁਰਸਕਾਰ ਨੇ ਭਾਰਤ ਦੇ ਵਿੱਚ। ਪਦਮ ਭੂਸ਼ਣ, ਪਦਮ ਵਿਭੂਸ਼ਣ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਸਵੈ ਜੀਵਨੀ ਵਿੰਗਸ ਆਫ ਫਾਇਰ, ਇਹ ਠੀਕ ਹੈ ਜੀ, ਇਹ ਸਵੈ ਜੀਵਨੀਆਂ ਯਾਦ ਰੱਖਣੀਆਂ ਸਮੇਤ ਕਈ ਪੁਸਤਕਾਂ ਦੀ ਰਚਨਾ ਕੀਤੀ। ਕਿਹਾ ਜਾਂਦਾ ਹੈ ਕਿ ਦੱਖਣੀ ਕੋਰੀਆ ਵਿੱਚ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੇ ਅਨੁਵਾਦ ਪੜ੍ਹਨ ਦੀ ਵੱਡੀ ਮੰਗ ਰਹੀ ਹੈ। ਕਲਾਮ ਦੇ ਨਾਲ ਉੱਪਰ ਦੇਸ਼ ਵਿੱਚ ਕਈ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਨਿਰਸੰਦੇਹ ਉਹ ਹਰ ਦੇਸ਼ ਵਾਸੀ ਦੇ ਪ੍ਰੇਰਨਾ ਸਰੋਤ ਹਨ। ਧੰਨਵਾਦ ਜੀ। ਇਹ ਉਹਨਾਂ ਦੀ ਜੀਵਨੀ ਸੀ ਡਾਕਟਰ ਅਬਦੁਲ ਕਲਾਮ ਬਾਰੇ। ਅਤੇ ਤੁਸੀਂ ਸਾਰੇ ਜਾਣਦੇ ਹੋ ਭਾਰਤ ਦੇ ਰਾਸ਼ਟਰਪਤੀ ਨੇ ਅਤੇ ਬਹੁਤ ਵੱਡੇ ਵਿਗਿਆਨੀ ਨੇ ਅਤੇ 12ਵੇਂ ਰਾਸ਼ਟਰਪਤੀ ਨੇ। ਇਹ ਤੁਸੀਂ ਥੋੜ੍ਹਾ ਜਿਹਾ ਕਲੀਅਰ ਕਰ ਲਿਓ। ਅਤੇ ਜਿੰਨੇ ਵੀ ਵਿੱਚ ਕੀ ਪੁਆਇੰਟ ਆਏ ਨੇ ਉਹਨਾਂ ਨੂੰ ਨੋਟ ਕਰਿਓ ਅਤੇ ਉਹਨਾਂ ਦੇ ਵਿੱਚੋਂ ਹੀ ਤੁਹਾਨੂੰ ਸਵਾਲ ਆਊਗਾ। ਮੇਰੀ ਕੋਸ਼ਿਸ਼ ਆ ਕਿ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਹਰਿਆਣਾ ਟੈਟ ਦੇ ਲੈਵਲ 2 ਦੇ ਪੇਪਰ ਵੀ ਸ਼ੇਅਰ ਕਰਾਂ ਪੰਜਾਬੀ ਦੇ, ਤਾਂ ਕਿ ਤੁਹਾਨੂੰ ਕੁਝ ਪਤਾ ਲੱਗ ਸਕੇ ਕਿ ਪ੍ਰਸ਼ਨ ਕਿੱਦਾਂ ਦੇ ਆ ਰਹੇ ਨੇ, ਕੀ ਪੁੱਛਿਆ ਜਾ ਰਿਹਾ, ਤਾਂ ਤੁਹਾਡੀ ਬਹੁਤ ਜ਼ਿਆਦਾ ਤਿਆਰੀ ਹੋ ਸਕਦੀ ਆ ਉਹਨਾਂ ਪੇਪਰਾਂ ਨੂੰ ਵੇਖ ਕੇ। ਅਤੇ ਅਗਲੀ ਵੀਡੀਓ ਮੈਂ ਕੋਸ਼ਿਸ਼ ਕਰੂੰਗਾ ਕਿ ਉਹਦੇ ਉੱਤੇ ਬਣਾਈ ਜਾਵੇ ਅਤੇ ਜਿੰਨੇ ਵੀ ਆਪਾਂ ਲੈਕਚਰ ਰਿਕਾਰਡ ਕੀਤੇ ਨੇ ਉਹਨਾਂ ਦੇ ਹਿਸਾਬ ਨਾਲ ਆਪਾਂ ਉਹਦੇ ਵਿੱਚ ਪ੍ਰਸ਼ਨ ਵੀ ਹੱਲ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਵੀ। ਠੀਕ ਆ ਜੀ। ਅਤੇ ਇਹ ਜੀਵਨੀ ਡਾਕਟਰ ਅਬਦੁਲ ਕਲਾਮ ਦੀ, ਅਤੇ ਤੁਸੀਂ ਅਭਿਆਸ ਕਰ ਲੈਣਾ ਇਹਦਾ। ਠੀਕ ਆ ਜੀ। ਇੱਦਾਂ ਦੇ ਸਵਾਲ ਹੁੰਦੇ ਨੇ ਅਤੇ ਇਹ ਸਵਾਲ ਜ਼ਰੂਰੀ ਨਹੀਂ ਕਿ ਤੁਸੀਂ ਇਹਨਾਂ ਦੇ ਵਿੱਚੋਂ ਮਤਲਬ ਪੇਪਰ ਆਊਗਾ, ਇਹ ਸਿਰਫ ਅਭਿਆਸ ਵਾਸਤੇ ਨੇ। ਇਹ ਤੋਂ ਬਿਨਾਂ ਹੋਰ ਬਥੇਰੇ ਕੀ ਪੁਆਇੰਟ ਨੇ, ਜਿੰਨੇ ਵੱਧ ਤੋਂ ਵੱਧ ਤੁਸੀਂ ਕੀ ਪੁਆਇੰਟ ਲੱਭ ਸਕਦੇ ਹੋ ਉਨੇ ਲੱਭੋ, ਤੁਹਾਡਾ ਇਹਦੇ ਵਿੱਚ ਫਾਇਦਾ। ਕਿਉਂਕਿ 4-5 ਪੇਜਾਂ ਦੇ ਵਿੱਚ ਜੇ ਤੁਹਾਡਾ 1-2 ਪ੍ਰਸ਼ਨ ਤੁਹਾਨੂੰ ਪੇਪਰ ਦੇ ਵਿੱਚ ਆਉਂਦਾ, ਤੁਹਾਡਾ ਉਹ ਰਹਿ ਜਾਂਦਾ, ਤਾਂ ਦੁੱਖ ਦੀ ਗੱਲ ਹੁੰਦੀ ਆ ਕਿ ਅਸੀਂ ਉਹ ਪੜ੍ਹਿਆ ਵੀ ਅਤੇ ਸਾਡਾ ਸਵਾਲ ਫਿਰ ਵੀ ਠੀਕ ਨਹੀਂ ਹੋਇਆ। ਕਈ ਵਾਰ ਛੋਟੇ ਕੀ ਪੁਆਇੰਟ ਆਪਣੇ ਦਿਮਾਗ ਦੇ ਵਿੱਚ ਨਹੀਂ ਰਹਿੰਦੇ। ਠੀਕ ਹੈ ਜੀ। ਤੁਸੀਂ ਮੋਟਾ ਅਭਿਆਸ ਇਸ ਤੋਂ ਕਰ ਸਕਦੇ ਹੋ, ਪਰ ਇਹ ਤੋਂ ਇਹ ਭਰਮ ਨਾ ਪਾ ਲਿਓ ਕਿ ਇਹੀ ਸਵਾਲ ਜਿਹੜੇ ਸਾਡੇ ਅਭਿਆਸ ਵਾਲੇ ਪ੍ਰਸ਼ਨ ਨੇ ਇਹਨਾਂ 'ਚ ਹੀ ਸਵਾਲ ਆਉਣਗੇ। ਉਹ ਸਵਾਲ ਕੋਈ ਵੀ ਬਣਾ ਸਕਦਾ। ਉਹ ਜਿੰਨੇ ਵੀ 4-5 ਪੇਜਾਂ ਦੇ ਵਿੱਚ ਜੋ ਵੀ ਮਟੀਰੀਅਲ ਲਿਖਿਆ ਹੋਇਆ ਉਹਨੂੰ ਧਿਆਨ ਨਾਲ ਪੜ੍ਹੋ ਅਤੇ ਉਹਦੇ ਪੁਆਇੰਟ ਬਣਾ ਲਓ ਅਤੇ ਤੁਹਾਡਾ ਪੇਪਰ ਆਰਾਮ ਨਾਲ ਕਲੀਅਰ ਹੋ ਜਾਊਗਾ। ਤੁਸੀਂ 60 ਦੇ 60 ਨੰਬਰ ਲਿਜਾ ਸਕਦੇ ਹੋ ਪੇਪਰ ਦੇ ਵਿੱਚ, ਇਹ ਆਪਾਂ ਗਰੰਟੀ ਨਾਲ ਕਹਿ ਸਕਦੇ ਹਾਂ।
ठीक है जी। तो तुहाडा सारिਆਂ ਦਾ बहुत बहुत धन्यवाद। चैनल ਨੂੰ सबसक्राइब कर लो, शेयर कर लो, ताकि ਸਾਡੇ ਵਿੱਚ ਹੌਸਲਾ ਬਣਿਆ ਰਹੇ, ਅਸੀਂ ਵਧੀਆ ਤੋਂ ਵਧੀਆ ਸਮੱਗਰੀ ਲੈ ਕੇ ਆਈਏ ਤੇ ਉਹਨੂੰ ਥੋੜਾ ਜਿਹਾ ਹੋਰ ਵਧੀਆ ਬਣਾਈਏ। ਠੀਕ ਹੈ ਜੀ। ਤੁਹਾਡਾ ਸਾਥ ਬੜਾ ਜ਼ਰੂਰੀ ਆ। ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ, ਬਹੁਤ ਜਲਦ ਪਾਈ ਜਾਊਗੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।